ਅੱਜ ਦੀ ਵਿਚਾਰ ਪਿਛਲੀ ਵਿਚਾਰ ਆਪਾਂ ਕੀਤੀ ਸੀ ਕਿ ਪਿਛਲਾ ਪ੍ਰਸੰਗ ਆਪਾਂ ਸੁਣਿਆ ਸੀ ਕਿ ਰਿਛ ਦਾ ਪ੍ਰਸੰਗ ਕਿ ਭਾਈ ਸੋਭਾ ਰਾਮ ਦਾ ਪ੍ਰਸੰਗ ਸੀ ਜੋ ਰਿਛ ਬਣਿਆ। ਮੇਰੇ ਚੋਜੀ ਪ੍ਰੀਤਮ ਗੋਬਿੰਦ ਰਾਏ ਜੀ ਨੇ ਉਹਨਾਂ ਨੂੰ ਮੁਕਤ ਕਰਾਇਆ ਰਿਛ ਤੋਂ। ਅੱਜ ਦਾ ਪ੍ਰਸੰਗ ਸਿੱਖ ਸੰਗਤਾਂ ਦਾ ਸਤਿਗੁਰੂ ਜੀ ਨਾਲ ਪ੍ਰੇਮ। ਮੇਰੇ ਚੋਜੀ ਪ੍ਰੀਤਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਿੱਖ ਸੰਗਤਾਂ ਦਾ ਸਤਿਗੁਰੂ ਜੀ ਨਾਲ ਪ੍ਰੇਮ। ਸਤਿਗੁਰੂ ਜੀ 15 ਸਾਲ ਦੀ ਆਯੂ ਵਿੱਚ ਗੋਬਿੰਦ ਰਾਏ ਜੀ 15 ਸਾਲ ਦੀ ਆਯੂ ਵਿੱਚ ਸੁੰਦਰ ਜਵਾਨ ਹੋ ਗਏ ਸਨ। ਚਿਹਰੇ ਦਾ ਨੂਰ ਚੱਲਿਆ ਨਹੀਂ ਸੀ ਜਾਂਦਾ। ਪੂਰੇ ਵਿਦਵਾਨ ਤੇ ਪੂਰੇ ਸ਼ਸਤਰ ਧਾਰੀ ਬਣ ਗਏ ਸਨ 15 ਸਾਲ ਆਯੂ 'ਚ। ਫਾਰਸੀ ਤੇ ਭਾਸ਼ਾ ਵਿੱਚ ਕਵਿਤਾ ਦਾ ਉਚਾਰਨ ਵੀ ਕਰਨ ਲੱਗ ਪਏ ਸਨ। ਘੋੜੇ ਤੇ ਸਵਾਰ ਹੋ ਕੇ ਜਿਗਾ ਕਲਗੀ ਸਜਾ ਕੇ ਦੀਨ ਦੁਨੀਆ ਦੇ ਸੱਚੇ ਪਾਤਸ਼ਾਹ ਆਨੰਦਪੁਰ ਦੇ ਚੌਗਿਰਦੇ ਦੀਆਂ ਪਹਾੜੀਆਂ ਵਿੱਚ ਸ਼ਿਕਾਰ ਖੇਡਣ ਜਾਂਦੇ ਸਨ। ਦਿਨੋਂ ਦਿਨ ਪ੍ਰਤਾਪ ਵੱਧਦਾ ਜਾਂਦਾ ਸੀ। ਤਿੰਨ ਸਾਲਾਂ ਦੇ ਸਮੇਂ ਵਿੱਚ ਸਤਿਗੁਰੂ ਜੀ ਪਾਸ ਤਕਰੀਬਨ 500 ਜਵਾਨ ਐਸਾ ਤਿਆਰ ਹੋ ਗਿਆ ਜੋ ਲੋੜ ਪੈਣ ਤੇ ਦੁਸ਼ਮਣ ਨਾਲ ਲੋਹਾ ਲੈ ਸਕਦਾ ਸੀ। ਉਹਨਾਂ ਦੀਆਂ ਵਰਦੀਆਂ ਸੰਤ ਸਿਪਾਹੀਆਂ ਵਰਗੀਆਂ ਸਨ। ਇੱਕ ਹੱਥ ਮਾਲਾ ਤੇ ਦੂਸਰੇ ਹੱਥ ਤਲਵਾਰ ਸੀ। ਗੋਲ ਦਸਤਾਰਾਂ ਉੱਤੇ ਚੱਕਰ ਬਿਜਲੀ ਦੀ ਨਿਆਈ ਲਿਸ਼ਕਦੇ ਸਨ। ਜਿਸ ਸਮੇਂ ਸਾਰੇ ਜਵਾਨ ਘੋੜਿਆਂ ਤੇ ਸਵਾਰ ਹੋ ਕੇ ਦੋ ਦੀ ਕਤਾਰ ਵਿੱਚ ਚੱਲਦੇ ਤਾਂ ਧਰਤੀ ਦਾ ਦਿਲ ਧੜਕਣਾ ਲੋਕ ਦੇਖ ਕੇ ਹੈਰਾਨ ਹੁੰਦੇ ਸਨ। ਗੱਲ ਕੀ ਅਕਾਲ ਪੁਰਖ ਦੀ ਮਿਹਰ ਨਾਲ ਸਤਿਗੁਰੂ ਜੀ ਦਾ ਪ੍ਰਤਾਪ ਦਿਨ ਬ ਦਿਨ ਵੱਧਦਾ ਜਾਂਦਾ ਸੀ। ਕਵੀ, ਵਿਦਵਾਨ, ਰਾਗੀ, ਸੰਤ ਅਤੇ ਸੂਰਬੀਰ ਯੋਧੇ ਦੂਰ ਦੂਰੋਂ ਤੋਂ ਆਉਂਦੇ ਤੇ ਸਤਿਗੁਰੂ ਜੀ ਪਾਸ ਰਹਿੰਦੇ ਜਾਂਦੇ ਸਨ। ਸੰਗਤਾਂ ਬਹੁਤ ਹੀ ਪ੍ਰੇਮ ਕਰਦੀਆਂ ਸਨ। ਕਾਬਲ ਦੀ ਸੰਗਤ ਆਈ। ਸੰਗਤ ਵਿੱਚ ਇੱਕ ਦੁਨੀ ਚੰਦ ਅਮੀਰ ਸਿੱਖ ਸੀ।
ਉਸਨੇ ਸਤਿਗੁਰੂ ਜੀ ਵਾਸਤੇ ਇੱਕ ਤੰਬੂ ਤਿਆਰ ਕਰਵਾ ਕੇ ਲਿਆਂਦਾ, ਜਿਸ ਨਾਲ ਦਾ ਤੰਬੂ ਸ਼ਾਇਦ ਕਿਸੇ ਰਾਜੇ ਮਹਾਰਾਜੇ ਪਾਸ ਵੀ ਨਹੀਂ ਸੀ। ਉਸ ਤੰਬੂ ਨੂੰ ਖੁੱਲੇ ਮੈਦਾਨ ਵਿੱਚ ਲਾ ਕੇ ਦੇਖਿਆ ਗਿਆ। ਜਿਸ ਨੇ ਵੀ ਤੰਬੂ ਦੇ ਦਰਸ਼ਨ ਕੀਤੇ ਉਹ ਹੀ ਦੰਗ ਰਹਿ ਗਿਆ। ਉਸ ਤੰਬੂ ਉੱਤੇ ਜਾਨਵਰਾਂ ਦੀਆਂ ਤਸਵੀਰਾਂ ਸੂਈ ਧਾਗੇ ਨਾਲ ਕੱਢੀਆਂ ਹੋਈਆਂ ਸਨ, ਕਢਾਈ ਕੀਤੀ ਹੋਈ ਸੀ। ਸੰਗਤ ਬਹੁਤੀ ਆਉਣ ਤੇ ਨਿਤ ਦਿਨ ਆਨੰਦਪੁਰ ਰਹਿਣ ਲੱਗ ਪਈ। ਜਿਸ ਕਰਕੇ ਸਤਿਗੁਰੂ ਜੀ ਨੇ ਹੁਕਮ ਦਿੱਤਾ ਕਿ ਖੁੱਲੀਆਂ ਇਮਾਰਤਾਂ ਉਸਾਰੀਆਂ ਜਾਣ। ਹੁਕਮ ਦੇਣ ਦੀ ਢਿੱਲ ਸੀ, ਉਸੇ ਵੇਲੇ ਭੱਠੇ ਚੜ੍ਹ ਗਏ, ਚੂਨੇ ਪੀਸਣੇ ਸ਼ੁਰੂ ਹੋ ਗਏ ਤੇ ਰਾਜ ਮਜ਼ਦੂਰ ਪ੍ਰੇਖ ਸੇਵਾ ਕਰਨ ਵਾਸਤੇ ਆ ਪੁੱਜੇ। ਹਰ ਇੱਕ ਦੇ ਹਿਰਦੇ ਵਿੱਚ ਇਹ ਤੀਬਰ ਇੱਛਾ ਸੀ ਕਿ ਉਹ ਗੁਰੂ ਘਰ ਦੇ ਸੰਗਤ ਦੀ ਸੇਵਾ ਕਰਕੇ ਤਨ ਤੇ ਮਨ ਸਫਲ ਕਰਨਾ। ਅਨੇਕਾਂ ਸਿੱਖ ਐਸੇ ਆ ਪੁੱਜੇ ਜੋ ਸਤਿਗੁਰੂ ਜੀ ਤੇ ਸਿੱਖਾਂ ਦੇ ਘੋੜਿਆਂ ਵਾਸਤੇ ਹਰਿਆ ਹਰਿਆ ਘਾਹ ਖੋਦ ਕੇ ਲਿਆਉਣ ਲੱਗ ਪਏ, ਪੱਠੇ ਲਿਆਉਣ ਲੱਗ ਪਏ। ਹਰ ਪ੍ਰਕਾਰ ਦਾ ਪਦਾਰਥ ਅਨੰਦਪੁਰ ਦੀ ਨਗਰੀ ਵਿੱਚੋਂ ਪ੍ਰਾਪਤ ਹੋਣ ਲੱਗ ਪਿਆ। ਆਨੰਦਪੁਰ ਦੇ ਉੱਤਰ ਪੂਰਬ ਵੱਲ ਪਹਾੜੀ ਹਿੰਦੂ ਰਿਆਸਤਾਂ ਸਨ। ਨਿੱਕੇ ਨਿੱਕੇ 22 ਦੇ ਕਰੀਬ ਰਾਜੇ ਸਨ। ਉਹ ਸਾਰੇ ਮੁਗਲ ਬਾਦਸ਼ਾਹ ਪਾਸੋਂ ਬਹੁਤ ਡਰਦੇ ਸਨ। ਪਹਾੜੀ ਰਾਜੇ ਰਤਨ ਰਾਏ ਨੇ ਅਨੰਦਪੁਰ ਆਉਣਾ। 9ਵੇਂ ਪਾਤਸ਼ਾਹ ਅਸਾਮ ਗਏ ਸਨ ਤੇ ਰਾਮ ਰਾਏ ਜਾਂ ਰਾਮ ਰਾਜਾ ਨੂੰ ਮਿਲੇ ਸਨ ਤੇ ਪੁੱਤਰ ਹੋਣ ਦਾ ਵਰ ਦੇ ਆਏ ਸਨ। ਅਕਾਲ ਪੁਰਖ ਦੀ ਮਿਹਰ ਸਦਕਾ ਰਾਜਾ ਰਾਮ ਰਾਏ ਤੇ ਘਰ ਪੁੱਤ ਹੋ ਗਿਆ, ਪੁੱਤਰ ਦੀ ਦਾਤ ਹੋ ਗਈ। ਉਸ ਦਾ ਨਾਮ ਰਤਨ ਰਾਏ ਰੱਖਿਆ ਗਿਆ ਸੀ। ਰਤਨ ਰਾਏ ਬਹੁਤ ਹੀ ਸੁੰਦਰ ਤੇ ਹੋਣਹਾਰ ਬਾਲਕ ਜਨਮਿਆ ਸੀ। ਬਾਲਕ ਦਾ ਚੰਦ ਵਰਗਾ ਮੁਖੜਾ ਦੇਖ ਕੇ ਰਾਣੀ ਬਹੁਤ ਪ੍ਰਸੰਨ ਹੋਈ। ਉਸਨੇ ਮਨ ਆਇਆ ਪੁੰਨ ਦਾਨ ਕੀਤਾ ਜਾਵੇ ਅਤੇ ਲਾਡਾਂ ਤੇ ਪਿਆਰ ਨਾਲ ਪੁੱਤਰ ਨੂੰ ਪਾਲਿਆ। ਭਾਣਾ ਕਰਤਾਰ ਦਾ ਰਤਨ ਰਾਏ ਅਜੇ ਬਾਲ ਵਰੇਸ਼ ਵਿੱਚ ਹੀ ਸੀ ਕਿ ਰਾਜੇ ਰਾਮ ਰਾਏ ਦਾ ਦੇਹਾਂਤ ਹੋ ਗਿਆ। ਬਾਲ ਅਵਸਥਾ ਤਰਸੀ ਰਾਜਾ ਰਤਨ ਰਾਏ ਅਜੇ ਬਾਲ ਅਵਸਥਾ ਵਿੱਚ ਹੀ ਸੀ ਕਿ ਰਾਜੇ ਰਾਮ ਰਾਏ ਦਾ ਦੇਹਾਂਤ ਹੋ ਗਿਆ। ਜਦੋਂ ਰਾਜਾ ਮੌਤ ਦੇ ਮੰਜੇ ਉੱਤੇ ਲੇਟਿਆ ਹੋਇਆ ਸੀ,
तदों उसने अपनी रानी नूं कोल सद्या ते कहा, मेरे पिछों मेरे मन की एक सत्थर पूरी करनी। वो सत्थर यह है कि जदों मेरा पुत्र जवान हो जाए तो उसनूं सतगुरु जी के दर्शन जरूर करा लियावीं। जिन्हां सतगुरां की किरपा नाल इस बच्चे का जन्म होया है, उन्हां दे दर्शन करने इस वास्ते अति जरूरी हैं कि वह आप परमेश्वर हैं। एक गल ये भी चेते रखनी कि वह गल ये है कि जदों मेरा लाल सतगुरु जी के चरण दर्शन करन जावे तां उन्हां वास्ते वधिया सुगातां ले जावे। सतगुरां जी की सेवा करदियां होइयां राज कुर्बान करना पवे तां भी कदी ना झिझकना। मेरी प्यारी रानी, करतार दे भाने नूं कोई नहीं मीट सकता। मेरे मन दियां रीझां मन विच ही रह गईयां। पुत्र नाल प्यार करन दा मौका ना मिलिया, मैनूं सुखी ना कर सकिया ते गुरु घर की सेवा ना हुई। काल महाबली है आ ही पुजा। राजे दियां सारियां गल्लां सुनदी हुई रानी नूं अंजुआं दी झड़ी विच अपने पति प्यारे राजे राम नूं वचन दिता कि वह उन्हां दियां सथरां नूं पूरियां करेगी। वो सतगुरु जी के दर्शन पंजाब जाके जरूर करेगी। सुगातां भी ऐसियां भेंटा करेगी जो कदी देखण सुनन विच ना आईयां होण। राजा अकाल चलाना कर गया, रानी विधवा हो गई। वो सतवंती नार पति के प्यार विच दिन कट्टण लग गई। पति की इच्छा अनुसार उसकी निशानी ते अपने दिल के टुकड़े नूं पालदी रही। समा किसी की उड़ीक नहीं करता, वो अपनी चाले आपे तुरिया जाता है। ज्यों ज्यों समा तुरिया गया त्यों त्यों राजकुमार रतन राय उम्र विच वडेरा होंदा गया। 12 साल का हो गया। आखिर एक दिन रानी ने अपने लाल रतन राय नूं उसके जन्म की सारी कथा सुना ही दी। कथा सुनाउण पिछों रानी ने कहा, बेटा सतगुरु तेग बहादुर जी तां शहीद हो चुके हैं। उन्हां दे साहिबजादे पंजाब विच हैं, उन्हां दे दर्शन करन जाना है। सतगुरां दी भेंटा करन वास्ते जिन्हां सुगातां दी लोड़ है वो मैं वजीर नूं आख के तैयार करवा दिंदी हाँ। जिवें आप दी आग्या माता जी रतन राय ने आख्या, मैं दिवे करन नूं तैयार हाँ। ऐसे चंगे सतगुरु जी दे मैं जरूर दर्शन करांगा। छेती चलण दी तैयारी करो।
ਰਾਜੇ ਰਤਨ ਰਾਏ ਨੇ ਅੱਗੋਂ ਉੱਤਰ ਦਿੱਤਾ। ਰਾਣੀ ਨੇ ਉਸੇ ਵੇਲੇ ਵਜ਼ੀਰ ਨੂੰ ਸੱਦਿਆ ਤੇ ਹੁਕਮ ਦਿੱਤਾ, ਤੁਸਾਂ ਦੇ ਰਾਜਾ ਸਾਹਿਬ ਨੇ ਸਤਿਗੁਰੂ ਜੀ ਦੇ ਦਰਸ਼ਨ ਕਰਨ ਜਾਣਾ ਹੈ। ਸਤਿਗੁਰੂ ਜੀ ਦੀ ਭੇਟਾ ਵਾਸਤੇ ਕੋਈ ਨਿਰਾਲੀਆਂ ਤੇ ਅਲੌਕਿਕ ਵਸਤੂਆਂ ਚਾਹੀਦੀਆਂ ਹਨ। ਜਿਵੇਂ ਕਿਵੇਂ ਹੋਵੇ ਪ੍ਰਾਪਤ ਕਰੋ। ਰਾਣੀ ਜੀ ਦੀ ਆਗਿਆ ਦਾ ਪਾਲਣ ਕੀਤਾ ਜਾਵੇਗਾ। ਇਹੋ ਆਖ ਕੇ ਵਜ਼ੀਰ ਚਲਾ ਗਿਆ ਤੇ ਸਾਰੇ ਰਾਜ ਵਿੱਚ ਚੰਗੀਆਂ ਸੁਗਾਤਾਂ ਦੀ ਧੁੰਡ ਕਰਨ ਲੱਗ ਪਿਆ। ਰਾਣੀ ਦੀ ਸਲਾਹ ਨਾਲ ਵਜ਼ੀਰ ਨੇ ਇੱਕ 5 ਕਲਾ ਹਥਿਆਰ ਤਿਆਰ ਕਰਵਾਇਆ। ਜਿਸ ਕਾਰੀਗਰ ਨੇ ਹਥਿਆਰ ਤਿਆਰ ਕੀਤਾ ਸੀ ਉਸ ਨੂੰ ਬਹੁਤ ਸਾਰਾ ਇਨਾਮ ਦਿੱਤਾ ਗਿਆ। ਸੂਰਜ ਪ੍ਰਕਾਸ਼ ਵਿੱਚ ਸ਼ਬਦ ਦਰਜ ਹੈ, ਪੰਚ ਕਲਾ ਇੱਕ ਸ਼ਸਤਰ ਅਜਾਇਬ, ਤਿਆਰ ਕਰਾਇਓ ਅਰਪਨ ਸਾਹਿਬ, ਰਹੇਗਾ ਤੇਰੇ ਬਨਿਓ ਕਿਰਪਾਨ, ਤੀਖਨ ਧਾਰ ਕਰੇ ਰਿਪਹਾਨ। ਉਸ ਪੰਚ ਕਲਾ ਸ਼ਸਤਰ ਵਿੱਚ ਇਹ ਹੈਰਾਨ ਕਰਨ ਵਾਲਾ ਗੁਣ ਸੀ ਕਿ ਉਸ ਵਿੱਚ 5 ਹਥਿਆਰ ਸਨ। ਉਹ ਪੰਜੇ ਇੱਕ ਇੱਕ ਸਮੇਂ ਕੰਮ ਦਿੰਦੇ ਸਨ ਅਤੇ ਝੱਟ ਰੂਪ ਬਦਲ ਦਿੰਦੇ ਸਨ। ਗਾਤਰੇ ਵਿੱਚ ਪਾਈ ਕਿਰਪਾਨ ਲੱਗਦੀ ਸੀ। ਜਦੋਂ ਉਹ ਦੁਸ਼ਮਣ ਨੂੰ ਮਾਰੀ ਜਾਵੇ ਤਾਂ ਉਸ ਕੋਲੋਂ ਕੋਈ ਬਚ ਨਹੀਂ ਸੀ ਸਕਦਾ। ਬਿਜਲੀ ਦੇ ਸਵਿੱਚ ਵਿੱਚ ਬਟਨਾਂ ਵਾਂਗ ਬਟਨ ਲੱਗੇ ਹੋਏ ਸਨ। ਜੇ ਇੱਕ ਬਟਨ ਨਾ ਨੱਪੀਏ ਤਾਂ ਉਹ ਕਿਰਪਾਨ ਬਰਛੀ ਦਾ ਰੂਪ ਧਾਰ ਲੈਂਦੀ ਸੀ। ਮੁੜ ਕੇ ਬਟਨ ਨੱਪਣ ਨਾਲ ਤਮਾਚਾ ਪਿਸਤੌਲ ਬਣ ਜਾਂਦਾ ਸੀ। ਬੰਦੂਕ ਤੇ ਕਟਾਰ ਦਾ ਰੂਪ ਵੀ ਧਾਰ ਲੈਂਦੀ ਸੀ। ਐਸਾ ਅਚਰਜ 5 ਰੂਪ ਧਾਰਨ ਵਾਲਾ ਸ਼ਸਤਰ ਅੱਗੇ ਕਿਸੇ ਰਾਜੇ ਮਹਾਰਾਜੇ ਪਾਸ ਨਹੀਂ ਸੀ। ਦੂਸਰੀਆਂ 2 ਚੀਜ਼ਾਂ ਹੋਰ ਹੈਰਾਨ ਕਰਨ ਵਾਲੀਆਂ ਹਨ। ਫਿਰ ਇੱਕ ਅਚਰਜ ਚੌਂਕੀ ਤਿਆਰ ਕਰਵਾਈ। ਉਹ ਜਾਦੂ ਦੀ ਚੌਂਕੀ ਸੀ। ਉਸਦੀ ਕਲਾ ਨੂੰ ਨੱਪਦੇ ਤਾਂ ਚੌਂਕੀ ਵਿੱਚੋਂ ਪੁਤਲੀਆਂ ਪ੍ਰਗਟ ਹੋ ਜਾਂਦੀਆਂ। ਉਹ ਚੌਪੜ ਵਿਛਾ ਕੇ ਖੇਡਣ ਲੱਗ ਜਾਂਦੀਆਂ। ਡਲਾਂ ਨੂੰ ਸੁੱਟਦੀਆਂ ਜਿਵੇਂ ਲਹੂ ਮਾਸ ਦੇ ਬਣੇ ਹੋਏ ਮਨੁੱਖ ਡਲਾਂ ਨੂੰ ਸੁੱਟ ਕੇ ਚੌਪੜ ਖੇਡਦੇ ਹਨ। ਇਹ ਖੇਡ ਦੇਖ ਕੇ ਉਸ ਸਮੇਂ ਦੇ ਮਨੁੱਖਾਂ ਦੀ ਅਲ ਚਕਰਾ ਜਾਂਦੀ ਸੀ। ਜਿਸਨੇ ਇਹ ਚੰਦਨ ਚੌਂਕੀ ਤਿਆਰ ਕੀਤੀ ਸੀ ਉਸ ਨੂੰ ਬਹੁਤ ਇਨਾਮ ਦਿੱਤਾ ਗਿਆ ਸੀ। ਇਹਨਾਂ ਤੋਂ ਬਿਨਾਂ ਇੱਕ ਹਾਥੀ ਸੀ। ਉਸ ਹਾਥੀ ਉੱਤੇ ਇੱਕ ਚਿੱਟੀ ਕਾਲੀ ਧਾਰੀ ਸੀ। ਉਹ ਬਹੁਤ ਸਿਆਣਾ ਹਾਥੀ ਸੀ।
ਉਸ ਨੂੰ ਦੇਖ ਕੇ ਲੋਕ ਕੁਦਰਤ ਦੀ ਉਸਤਤ ਕਰਨ ਲੱਗ ਪੈਂਦੇ ਸਨ। ਉਸ ਦਾ ਨਾਮ ਪ੍ਰਸਾਦੀ ਹਾਥੀ ਸੀ। ਮੋਤੀਆਂ ਦੀ ਮਾਲਾ ਤੇ ਕਲਗੀ ਆਦਿਕ ਵਸਤੂਆਂ ਵੀ ਸਾਥ ਤਿਆਰ ਕੀਤੀਆਂ। ਸਭ ਵਸਤੂਆਂ ਸੁਗਾਤਾਂ ਤਿਆਰ ਹੋ ਗਈਆਂ ਤਾਂ ਰਾਣੀ ਨੇ ਆਪਣੇ ਸੁਪੁੱਤਰ ਰਾਜਾ ਰਤਨ ਰਾਏ ਨੂੰ ਚੱਲਣ ਵਾਸਤੇ ਤਿਆਰ ਕੀਤਾ। ਰਾਜ ਦਾ ਕੰਮ ਵਜ਼ੀਰ ਨੂੰ ਸੰਭਾਲ ਕੇ ਰਾਣੀ ਤੁਰੀ। ਉਸਨੇ ਨਾਲ ਥੋੜੇ ਜਿਹੇ ਸਿਪਾਹੀ ਤੇ ਸੇਵਾਦਾਰ ਲਏ। ਗੱਡੀਆਂ ਉੱਤੇ ਰਾਹ ਦਾ ਖਰਚ ਰੱਖ ਲਿਆ ਅਤੇ ਪ੍ਰਸਾਦੀ ਹਾਥੀ ਅੱਗੇ ਤੋਰ ਲਿਆ। ਸਤਿਗੁਰੂ ਜੀ ਦੀ ਅਮਾਨਤ ਸਮਝ ਕੇ ਹਾਥੀ ਉੱਤੇ ਚੜ੍ਹਿਆ ਕੋਈ ਨਹੀਂ। ਹੌਲੀ ਹੌਲੀ ਅਸਾਮ ਦੀਆਂ ਹੱਦਾਂ ਤੋਂ ਪਾਰ ਉੱਤਰ ਪ੍ਰਦੇਸ਼ ਵਿੱਚ ਆ ਗਏ ਤੇ ਤੀਰਥਾਂ ਦੀ ਯਾਤਰਾ ਵੀ ਕਰੀ ਆਏ। ਧਨ ਪਦਾਰਥਾਂ ਦੀ ਕਮੀ ਕੋਈ ਨਹੀਂ ਸੀ। ਰਾਣੀ ਨੇ ਖੁੱਲ੍ਹੇ ਦਿਲ ਨਾਲ ਪੁੰਨ ਦਾਨ ਕੀਤਾ, ਪਰ ਮੁੱਖ ਸ਼ਰਧਾ ਤੇ ਪਿਆਰ ਗੁਰੂ ਘਰ ਨਾਲ ਸੀ। ਸਾਰੀਆਂ ਉੱਤਮ ਵਸਤੂਆਂ ਸਤਿਗੁਰੂ ਜੀ ਵਾਸਤੇ ਰੱਖੀਆਂ ਹੋਈਆਂ ਸਨ। ਉਹ ਸਤਿਗੁਰੂ ਜੀ ਦੀ ਹੀ ਭੇਟਾਂ ਹੋਣੀਆਂ ਸਨ। ਚਲਦੇ ਚਲਦੇ ਰੋਪੜਾ ਪੁੱਜੇ। ਦੀਵਾਲੀ ਦਾ ਪੁਰਬ ਨੇੜੇ ਆਇਆ ਹੋਇਆ ਸੀ। ਦੱਖਣੀ ਪੰਜਾਬ ਮਾਲਵੇ ਦੀ ਸੰਗਤ ਅਨੰਦਪੁਰ ਨੂੰ ਜਾ ਰਹੀ ਸੀ। ਗੱਡੀਆਂ ਦੀਆਂ ਕਤਾਰਾਂ ਦੂਰ ਤੱਕ ਲੱਗੀਆਂ ਹੋਈਆਂ ਦਿਖਾਈ ਦਿੰਦੀਆਂ ਸਨ। ਸਤਿਗੁਰੂ ਜੀ ਦੇ ਦਰਸ਼ਨ ਵਾਸਤੇ ਸੰਗਤ ਵਹੀਰ ਕੱਤੀ ਜਾ ਰਹੀ ਸੀ। ਸੰਗਤ ਵਿੱਚ ਜਿੰਨੇ ਵੀ ਪ੍ਰਾਣੀ ਸਨ ਉਨੇ ਹੀ ਵਾਹਿਗੁਰੂ ਵਾਹਿਗੁਰੂ ਜਪਦੇ ਜਾਂਦੇ ਸਨ। ਕਿਤੇ ਢੋਲਕੀਆਂ ਛੇਣੇ ਵੱਜ ਰਹੇ ਸਨ। ਰਾਣੀ ਤੇ ਰਾਜਕੁਮਾਰ ਸੰਗਤਾਂ ਦਾ ਗੁਰੂ ਨਾਲ ਪਿਆਰ ਦੇਖ ਕੇ ਹੈਰਾਨ ਤੇ ਗਦਗਦ ਹੋ ਗਏ ਸਨ। ਸੰਗਤ ਦੇ ਸਾਥ ਰਲ ਕੇ ਰਾਣੀ ਕੀਰਤਪੁਰ ਪਹੁੰਚੀ। ਗੁਰੂ ਧਾਮ ਦੇ ਦਰਸ਼ਨ ਕੀਤੇ ਅਤੇ ਇੱਥੋਂ ਪੈਦਲ ਚੱਲ ਪਈ ਕੀਰਤਪੁਰ ਤੋਂ, ਕਿਉਂਕਿ ਕੀਰਤਪੁਰ ਤੋਂ ਅੱਗੇ ਪਿਆਰੇ ਪ੍ਰੀਤਮ ਸਤਿਗੁਰੂ ਜੀ ਦਾ ਦੇਸ਼ ਸੀ। ਰਥ ਵਿੱਚ ਬੈਠਣਾ ਚੰਗਾ ਨਹੀਂ ਲੱਗਦਾ, ਨਾ ਕੋਈ ਸਿੱਖ ਘੋੜੇ ਗੱਡੀ ਤੇ ਰਥ ਉੱਤੇ ਬੈਠ ਕੇ ਗੁਰੂ ਘਰ ਵੱਲ ਜਾਂਦਾ ਹੋਇਆ ਦਿਖਾਈ ਦਿੰਦਾ ਸੀ। ਸਾਰੇ ਪੈਦਲ ਜਾ ਰਹੇ ਸਨ। ਪੈਦਲ ਵੀ ਫਿਰ ਬਹੁਤ ਨੰਗੀ ਪੈਰੀ। ਰਾਣੀ ਆਪਣੇ ਦਿਲ ਦੇ ਟੁਕੜੇ ਨੂੰ ਉਂਗਲੀ ਲਾਈ ਪ੍ਰੇਮ ਤੇ ਸ਼ਰਧਾ ਨਾਲ ਤੁਰੀ ਗਈ। ਆਖਰ ਗੁਰੂ ਦੀ ਨਗਰੀ ਦਿਸਣ ਲੱਗ ਪਈ। ਜਿਉਂ ਹੀ ਗੁਰੂ ਕੀ ਨਗਰੀ ਦੇ ਦਰਸ਼ਨ ਹੋਏ ਤਿਉਂ ਹੀ ਸਿਰ ਝੁਕਾ ਲਿਆ। ਪੈਰਾਂ ਤੋਂ ਜੁੱਤੀਆਂ ਲਾ ਕੇ ਸੇਵਕਾਂ ਨੂੰ ਫੜਾ ਦਿੱਤੀਆਂ। ਆਪ ਨੰਗੀ ਪੈਰੀ ਤੁਰੀ ਗਈ। ਸੂਰਤ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜ ਲਈ ਅਤੇ ਅੱਖਾਂ ਅਨੰਦਪੁਰੀ ਨੂੰ ਦੇਖਣ ਲੱਗ ਪਈਆਂ। ਸਤਿਗੁਰੂ ਜੀ ਦੇ ਮਸੰਦਾ ਸੇਵਾਦਾਰਾਂ ਤੇ ਮੁਖੀ ਸਿੱਖਾਂ ਨੂੰ ਪਤਾ ਲੱਗ ਗਿਆ ਕਿ ਅਸਾਮ ਦੀ ਰਾਣੀ ਆ ਰਹੀ ਹੈ। ਉਹ
ਸਵਾਗਤ, ਉਹ ਸਵਾਗਤ ਵਾਸਤੇ ਅੱਗੇ ਆ ਖਲੋਤੇ। ਗੁਰੂ ਘਰ ਵੱਲੋਂ ਜੀ ਆਇਆਂ ਨੂੰ ਆਖਿਆ ਤੇ ਬੜੇ ਉਤਸ਼ਾਹ ਨਾਲ ਸਵਾਗਤ ਕੀਤਾ ਰਾਣੀ ਦਾ। ਗੁਰੂ ਘਰ ਜਪਦੇ ਹੋਏ ਸਾਰੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਪਹੁੰਚ ਗਏ। ਅੱਗੇ ਚੜ੍ਹਦੀ ਜਵਾਨੀ, ਦਾੜੀ ਪੁੱਛ ਦੀ ਲੂਈ ਪੁੰਗਰਨ ਤੋਂ ਪਹਿਲਾਂ ਸੀ ਸ਼੍ਰੀ ਕ੍ਰਿਸ਼ਨ ਜੀ ਸਮਾਨ ਸਰਬ ਕਲਾ ਸੰਪੂਰਨ ਸਤਿਗੁਰੂ ਜੀ ਸਿੰਘਾਸਣ ਉੱਤੇ ਰਾਜ ਮਾਣ ਰਹੇ ਸਨ। ਰੱਬੀ ਨੂਰ ਦਾ ਪ੍ਰਕਾਸ਼ ਇੱਕ ਚੱਕਰ ਦੀ ਚਿਹਰੇ ਉੱਤੇ ਸੀ। ਉਸੇ ਤਰ੍ਹਾਂ ਜਿਵੇਂ ਸੂਰਜ ਦੀਆਂ ਕਿਰਨਾਂ ਹੁੰਦੀਆਂ ਸਨ, ਰਿੱਧੀਆਂ ਸਿੱਧੀਆਂ ਦੇ ਮਾਲਕ ਸਤਿਗੁਰੂ ਜੀ ਵਿਰਾਜਮਾਨ ਸਨ। ਰਾਣੀ ਤੇ ਰਾਜਾ ਰਤਨ ਰਾਏ ਨੇ ਸਤਿਗੁਰੂ ਜੀ ਦੇ ਚਰਨ ਕਮਲਾਂ ਉੱਪਰ ਜਾ ਸਿਰ ਰੱਖਿਆ। ਸਤਿਗੁਰੂ ਸੀ ਨੇ ਦੋਹਾਂ ਦੇ ਸਿਰਾਂ ਉੱਪਰ ਹੱਥ ਰੱਖ ਕੇ ਬਚਨ ਕੀਤਾ, ਕਰਤਾਰ ਭਲਾ ਕਰੇ ਨਿਹਾਲ ਨਿਹਾਲ। ਇਹਨਾਂ ਬਚਨਾਂ ਦੇ ਨਾਲ ਹੀ ਮਾਂ ਪੁੱਤ ਦਾ ਜਨਮ ਮਰਨ ਸਵਾਰ ਦਿੱਤਾ। ਅੱਗੇ ਦੇ ਸਾਰੇ ਡਰ ਦੂਰ ਕਰ ਦਿੱਤੇ। ਮੱਥਾ ਟੇਕਣ ਪਿੱਛੋਂ ਰਾਣੀ ਨੇ ਚੰਦਨ ਦੀ ਚੌਂਕੀ, ਮੋਤੀ ਦੀ ਮਾਲਾ, ਕਲਗੀ ਆਦਿਕ ਵਸਤੂਆਂ ਸਤਿਗੁਰੂ ਜੀ ਦੇ ਅੱਗੇ ਰੱਖੀਆਂ। ਹਰ ਇੱਕ ਵਸਤੂ ਦੇ ਗੁਣ ਪ੍ਰਗਟ ਕੀਤੇ। ਗੁਣਾਂ ਨੂੰ ਦੇਖ ਕੇ ਸਤਿਗੁਰੂ ਜੀ ਪ੍ਰਸੰਨ ਹੋਏ ਤੇ ਸਿੱਖ ਸੰਗਤ ਪ੍ਰਸੰਨਤਾ ਦੇ ਨਾਲ ਹੈਰਾਨ ਵੀ ਹੋਈ। ਪ੍ਰਸਾਦੀ ਹਾਥੀ ਵੀ ਮੇਵੜੇ ਪਾਸੋਂ ਅਰਦਾਸ ਕਰਾਈ। ਜਦੋਂ ਅਰਦਾਸ ਹੋ ਗਈ, ਵਸਤੂਆਂ ਦਿਖਾਈਆਂ ਜਾ ਚੁੱਕੀਆਂ ਤਾਂ ਰਤਨ ਰਾਏ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਸਦਾ ਦਾਸ ਯਹ ਸਤਿਗੁਰ ਘਰ ਕੋ ਸਿੱਖੀ ਬਖਸ਼ੋ ਦੇ ਕਰ ਵਰ ਕੋ। ਸੁਣਤ ਮਹਾਤਮ ਉਪਜਿਓ ਪ੍ਰੇਮ, ਸ਼੍ਰੀ ਗੁਰੂ ਦਾਤੇ ਜੇ ਗੁਣ ਛੇਮ। ਆਪਣੋ ਜਾਨੋ ਜਾਪ ਕਰੀਜੈ, ਚਰਨ ਕਮਲ ਕੀ ਪਾਹੁਲ ਦੀਜੈ। हे ਪ੍ਰਭੂ, ਮੈਂ ਗੁਰੂ ਘਰ ਦੀ ਸ਼ੋਭਾ ਸੁਣ ਕੇ ਆਇਆ ਹਾਂ, ਸਦਾ ਦਾਸ ਬਣ ਕੇ ਰਹਾਂਗਾ। ਕਿਰਪਾਲਤਾ ਕਰੋ ਤੇ ਸਿੱਖੀ ਬਖਸ਼ੋ। ਕੇਸਾਂ ਸਵਾਸਾਂ ਨਾਲ ਸਿੱਖੀ ਨਿਭ ਜਾਵੇ, ਇਹ ਮੈਨੂੰ ਵਰ ਦਿਓ। ਆਪ ਦੇ ਜਸ ਨੂੰ ਮਾਤਾ ਪਾਸੋਂ ਸੁਣਿਆ ਸੀ। ਜਸ ਸੁਣ ਸੁਣ ਕੇ ਆਪ ਦੇ ਚਰਨ ਕਮਲਾਂ ਦਾ ਭੋਰਾ ਬਣ ਗਿਆ ਹਾਂ। ਆਪ ਗੁਰਦੇਵ ਹੋ, ਗੁਣਾਂ ਦੇ ਭੰਡਾਰ ਹੋ, ਆਪ ਤਾਂ ਅੰਤ ਨਹੀਂ ਪਾਇਆ ਜਾ ਸਕਦਾ। ਦਇਆ ਕਰੋ, ਵਾਹਿਗੁਰੂ ਦੀ ਭਗਤੀ ਦਾ ਦਾਨ ਬਖਸ਼ੋ ਤੇ ਚਰਨ ਪੌਲ ਦੀ ਦਾਤ ਬਖਸ਼ੋ ਦੇਵੋ। ਮੈਂ ਜੀਵਨ ਭਰ ਆਪ ਦਾ ਸੇਵਕ ਰਹਾਂਗਾ। ਰਤਨ ਰਾਏ ਦੀ ਇਹ ਬੇਨਤੀ ਸੁਣ ਕੇ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ। ਬੜੀ ਦਇਆ ਦ੍ਰਿਸ਼ਟੀ ਨਾਲ ਕਰਕੇ ਰਤਨ ਰਾਏ ਨੂੰ ਨਿਹਾਲ ਕੀਤਾ, ਪੌਲ ਦੇ ਕੇ ਸਿੱਖੀ ਬਖਸ਼ੀ। ਨਾਲ ਹੀ ਸੇਵਕਾਂ ਨੂੰ ਹੁਕਮ ਦਿੱਤਾ ਕਿ ਰਾਜਾ ਰਤਨ ਰਾਏ ਦੇ ਡੇਰੇ ਨੂੰ ਰਾਸ਼ਨ, ਘਾਹ ਤੇ ਲੋਹੜੀ ਦਾ ਸਮਾਨ, ਜਿਹੜਾ ਵੀ ਲੋੜ ਹੈ ਲੋਹੜੀ ਦਾ ਸਮਾਨ ਖੁੱਲ੍ਹਾ ਦਿੱਤਾ ਜਾਵੇ। ਕਿਸੇ ਤਰ੍ਹਾਂ ਦੀ ਇਹਨਾਂ ਨੂੰ ਕੋਈ ਤਕਲੀਫ ਨਾ ਹੋਵੇ। ਹਰ ਤਰ੍ਹਾਂ ਪੂਰੀ ਰਖਵਾਲੀ ਹੋਵੇ। ਰਾਣੀ ਦੇ ਉਸ ਦਾ ਪੁੱਤਰ ਰਾਜਾ ਰਤਨ ਰਾਏ ਸਤਿਗੁਰੂ ਜੀ ਦਾ ਸ਼ਾਹੀ ਪ੍ਰਤਾਪ ਦੇਖ ਕੇ ਬਹੁਤ ਹੈਰਾਨ ਹੋਏ। ਸਤਿਗੁਰੂ ਜੀ ਵਾਸਤੇ ਉਹਨਾਂ ਦੇ ਹਿਰਦਿਆਂ ਵਿੱਚ ਸ਼ਰਧਾ ਕਈ ਗੁਣਾ ਵੱਧ ਗਈ।
ਉਹ ਦੋਵੇਂ ਵੇਲੇ ਕੀਰਤਨ ਸੁਣ ਕੇ ਅਤੇ ਗੁਰੂ ਘਰ ਗੁਰੂ ਕੇ ਲੰਗਰ ਤੇ ਸੰਗਤ ਵਿੱਚ ਸੇਵਾ ਕਰਕੇ ਤਨ ਮਨ ਸਫਲ ਕਰਨ ਲੱਗੇ। ਵਾਹਿਗੁਰੂ ਦੇ ਸਿਮਰਨ ਨਾਲ ਉਹਨਾਂ ਦਾ ਮਨ ਜੁੜ ਗਿਆ। ਦੀਪਮਾਲਾ ਦਾ ਪੁਰਬ ਮਨਾ ਕੇ ਅਤੇ 1 ਮਹੀਨਾ ਗੁਰੂ ਘਰ ਦੀ ਸੇਵਾ ਕਰਕੇ ਰਾਣੀ ਆਪਣੇ ਬੇਟੇ ਨੂੰ ਨਾਲ ਲੈ ਕੇ ਆਪਣੇ ਵਤਨ ਨੂੰ ਮੁੜ ਆਈ। ਸੋ ਇਹ